ਮੁੱਢਲੀ ਪੰਜਾਬੀ ਵਾਰਤਕ ਅਸੀਂ ਕਰ ਰਹੇ ਹਾਂ ਜਿਹਦੇ ਵਿੱਚ ਜਨਮ ਸਾਖੀ ਪਰੰਪਰਾ ਸਟਾਰਟ ਕੀਤੀ ਸੀ। ਪੁਰਾਤਨ ਜਨਮ ਸਾਖੀ, ਸ਼ੰਭੂਨਾਥ ਵਾਲੀ ਜਨਮ ਪੱਤਰੀ, ਜਨਮ ਸਾਖੀ ਮਿਹਰਬਾਨ ਵਾਲੀ, ਭਾਈ ਬਾਲੇ ਵਾਲੀ ਜਨਮ ਸਾਖੀ ਇਹ ਅਸੀਂ ਕਰ ਚੁੱਕੇ ਹਾਂ। ਅੱਜ ਅਸੀਂ ਕਰਾਂਗੇ ਜਨਮ ਸਾਖੀ ਭਾਈ ਮਨੀ ਸਿੰਘ ਗਿਆਨ ਰਤਨਾਵਲੀ। ਠੀਕ ਹੈ ਜੀ, ਜਿਨ੍ਹਾਂ ਨੇ ਸਾਡੀਆਂ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਉਹ ਦੇਖ ਲੈਣ, ਇਸ ਦੀ ਪਲੇਲਿਸਟ ਬਣ ਚੁੱਕੀ ਆ। ਹਾਂਜੀ, ਅੱਜ ਅਸੀਂ ਕਰਾਂਗੇ ਜਨਮ ਸਾਖੀ ਭਾਈ ਮਨੀ ਸਿੰਘ ਗਿਆਨ ਰਤਨਾਵਲੀ। ਜਨਮ ਸਾਖੀ ਪਰੰਪਰਾ ਵਿੱਚ ਭਾਈ ਮਨੀ ਸਿੰਘ ਰਚਿਤ ਗਿਆਨ ਰਤਨਾਵਲੀ ਵੀ ਕਾਫੀ ਮਹੱਤਵਪੂਰਨ ਹੈ। ਭਾਈ ਮਨੀ ਸਿੰਘ ਨੇ ਆਪਣਾ ਸਾਰਾ ਜੀਵਨ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ ਬਿਤਾਇਆ ਸੀ। ਠੀਕ ਹੈ, ਸਾਰਾ ਜੀਵਨ ਕਿਹਨਾਂ ਦੀ ਸੰਗਤ 'ਚ ਬਿਤਾਇਆ? ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ। ਆਪ ਗੁਰਸਿੱਖੀ ਦੀ ਗਿਆਨੀ ਟਕਸਾਲ ਦੇ ਮੋਢੀ ਸਨ। ਕਾਦੇ ਮੋਢੀ ਸਨ? ਗਿਆਨੀ ਟਕਸਾਲ ਦੇ। ਠੀਕ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਸ ਬੀੜ ਨੂੰ 1708 ਈਸਵੀ ਵਿੱਚ ਗੁਰਿਆਈ ਪਦ ਨਾਲ ਵਿਭੂਸ਼ਿਤ ਕੀਤਾ ਗਿਆ ਸੀ, ਉਸ ਦੇ ਲਿਖਾਰੀ ਹੋਣ ਦਾ ਮਾਣ ਆਪ ਨੂੰ ਹੀ ਪ੍ਰਾਪਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ 1708 ਈਸਵੀ ਨੂੰ ਗੁਰਿਆਈ ਦਿੱਤੀ ਗਈ ਸੀ, ਗੁਰਤਾ ਗੱਦੀ ਦਿੱਤੀ ਗਈ ਸੀ, ਉਹਨਾਂ ਦੇ ਲਿਖਾਰੀ ਭਾਈ ਮਨੀ ਸਿੰਘ ਜੀ ਹਨ। ਠੀਕ ਹੈ, ਆਪ ਨੇ ਦਸ਼ਮ ਗ੍ਰੰਥ ਦਾ ਲੇਖਣ ਤੇ ਸੰਪਾਦਨਾ ਵੀ ਕੀਤੀ। ਦਸਮ ਗ੍ਰੰਥ ਦਾ ਲੇਖਣ ਤੇ ਸੰਪਾਦਨਾ ਕੀਤੀ ਭਾਈ ਮਨੀ ਸਿੰਘ ਜੀ ਨੇ। ਆਪ ਇੱਕ ਨਿਰਭੈ ਸੂਰਬੀਰ ਤੇ ਸਿੱਧਕੀ ਗੁਰਸਿੱਖ ਰਹੇ। ਆਪ ਨੇ ਅਦੁੱਤੀ ਕੁਰਬਾਨੀ ਦੇ ਕੇ ਇਹ ਸਿੱਧ ਕਰ ਦਿੱਤਾ ਕਿ ਆਪ ਆਪਣੇ ਗੁਰਸਿੱਖੀ ਦੇ ਸਿਧਾਂਤਾਂ ਤੇ ਆਦਰਸ਼ਾਂ ਉੱਪਰ ਡਟ ਕੇ ਪਹਿਰਾ ਦੇਣ ਵਾਲੇ ਇੱਕ ਮਹਾਨ ਗੁਰਸਿੱਖ ਸਨ। ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ ਇਹਨਾਂ ਨੇ ਆਪਣਾ ਜੀਵਨ ਬਿਤਾਇਆ ਵਾ। ਗਿਆਨੀ ਟਕਸਾਲ ਦੇ ਮੋਢੀ ਵੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ 1708 ਵਿੱਚ ਇਸ ਨੂੰ ਗੁਰਗੱਦੀ ਦਿੱਤੀ ਗਈ ਸੀ, ਉਸ ਦੇ ਲਿਖਾਰੀ ਵੀ ਭਾਈ ਮਨੀ ਸਿੰਘ ਜੀ ਸਨ। ਠੀਕ ਹੈ, ਦਸ਼ਮ ਗ੍ਰੰਥ ਦਾ ਲੇਖਣ ਤੇ ਇਹਦੀ ਸੰਪਾਦਨਾ ਵੀ ਭਾਈ ਮਨੀ ਸਿੰਘ ਜੀ ਨੇ ਕੀਤੀ ਆ। ਗਿਆਨ ਰਤਨਾਵਲੀ ਦੀ ਵਸਤੂ ਸਮੱਗਰੀ ਦਾ ਮੂਲ ਆਧਾਰ ਤਾਂ ਭਾਵੇਂ ਭਾਈ ਗੁਰਦਾਸ ਰਚਿਤ ਪਹਿਲੀ ਵਾਰ ਹੀ ਹੈ, ਪਰ ਆਪ ਨੇ ਹੋਰ ਜਨਮ ਸਾਖੀਆਂ ਤੋਂ ਵੀ ਕਾਫੀ ਸਹਾਇਤਾ ਲਈ ਪ੍ਰਤੀਤ ਹੁੰਦੀ ਹੈ। ਗਿਆਨ ਰਤਨਾਵਲੀ ਦਾ ਆਧਾਰ ਕੀ ਆ? ਭਾਈ ਗੁਰਦਾਸ ਜੀ ਦੀ ਪਹਿਲੀ ਵਾਰ। ਠੀਕ ਹੈ, ਡਾਕਟਰ ਤਰਲੋਚਨ ਸਿੰਘ ਬੇਦੀ ਅਨੁਸਾਰ ਗਿਆਨ ਰਤਨਾਵਲੀ ਦਾ ਰਚਨਾਕਾਰ 1730 ਤੋਂ ਲੈ ਕੇ 1735 ਈਸਵੀ ਦੇ ਵਿਚਕਾਰ ਆ। ਡਾਕਟਰ ਰਤਨ ਸਿੰਘ ਜੱਗੀ ਇਸ ਪੋਥੀ ਦਾ ਵਿਸ਼ਲੇਸ਼ਣ ਕਰਦੇ ਹੋਏ ਲਿਖਦਾ ਹੈ ਕਿ ਇਸ ਵਿੱਚ ਕੁੱਲ 225 ਸਾਖੀਆਂ ਜਾਂ ਪ੍ਰਸੰਗ ਆਏ ਹਨ। ਠੀਕ ਹੈ, ਕਿੰਨੀਆਂ ਸਾਖੀਆਂ ਵਾ? 225, ਜਿਨ੍ਹਾਂ ਵਿੱਚੋਂ 7 ਸਾਖੀਆਂ ਦਾ ਸੰਬੰਧ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਏ ਸਿੱਖ ਸਤਿਗੁਰਾਂ ਨਾਲ ਹੈ। 225 ਸਾਖੀਆਂ ਟੋਟਲ ਆ, ਜਿਨ੍ਹਾਂ ਵਿੱਚ ਜਿਹੜੀ 7 ਸਾਖੀਆਂ ਵਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਜਿਹੜੇ ਗੁਰਸਿੱਖ ਹੋਏ ਆ ਉਹਨਾਂ ਬਾਰੇ ਆ। ਠੀਕ ਹੈ ਜੀ, ਭਾਈ ਮਨੀ ਸਿੰਘ ਜੀ ਦੀ ਇਸ ਰਚਨਾ ਵਿੱਚ ਪ੍ਰਸ਼ਨੋਤਰੀ ਢੰਗ ਦਾ ਪ੍ਰਯੋਗ ਕੀਤਾ ਗਿਆ ਵਾ। ਪ੍ਰਸ਼ਨੋਤਰੀ ਮੀਨਸ ਕੀ? ਪ੍ਰਸ਼ਨ ਉੱਤਰ ਢੰਗ ਦੀ ਵਰਤੋਂ ਕੀਤੀ ਗਈ ਆ। ਸੰਗਤਾਂ ਗੁਰੂ ਸਾਹਿਬਾਨ ਦੇ ਸਨਮੁਖ ਆਪਣੇ ਸ਼ੰਕੇ ਪੇਸ਼ ਕਰਦੀਆਂ ਸਨ ਅਤੇ ਗੁਰੂ ਸਾਹਿਬ ਉਹਨਾਂ ਦਾ ਸਮਾਧਾਨ ਕਰਦੇ ਸਨ। ਠੀਕ ਹੈ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੋਈ ਵੀ ਵੇਰਵਾ ਅਜਿਹਾ ਨਹੀਂ ਮਿਲਦਾ ਜੋ ਗੁਰਸਿੱਖੀ ਦੀ ਭਾਵਨਾ ਦੇ ਵਿਰੁੱਧ ਹੋਵੇ। ਠੀਕ ਹੈ, ਗੁਰਬਾਣੀ ਦੀਆਂ ਟੂਕਾਂ ਦਾ ਪ੍ਰਯੋਗ ਵੀ ਸਾਵਧਾਨੀ ਨਾਲ ਕੀਤਾ ਗਿਆ ਵਾ। ਡਾਕਟਰ ਤਾਰਨ ਸਿੰਘ ਨੇ ਗਿਆਨ ਰਤਨਾਵਲੀ ਵਿੱਚ 2 ਸਾਖੀਆਂ ਆਪਣੀ ਪੁਸਤਕ ਵਿੱਚ ਸੰਕਲਿਤ ਕੀਤੀਆਂ ਹਨ। ਕਿੰਨੀਆਂ ਸਾਖੀਆਂ ਕੀਤੀਆਂ ਵਾ? 2 ਕੀਤੀਆਂ ਵਾ। ਰਾਜੇ ਸ਼ਿਵ ਨਾਮ ਨਾਲ ਮੇਲ ਅਤੇ ਦੂਸਰੀ ਕਿਹੜੀ ਆ? ਇੱਕ ਸਰੇਵੜੇ ਨਾਲ ਮੇਲ। ਠੀਕ ਹੈ, ਹਾਂਜੀ, ਹੁਣ ਅਸੀਂ ਪਹਿਲੀ ਸਾਖੀ ਡਿਸਕਸ ਕਰਾਂਗੇ, ਰਾਜੇ ਸ਼ਿਵ ਨਾਮ ਨਾਲ ਮੇਲ। ਰਾਜੇ ਸ਼ਿਵ ਨਾਮ ਨਾਲ ਮੇਲ ਵਾਲੀ ਸਾਖੀ ਵਿੱਚ ਭਾਈ ਮਨੀ ਸਿੰਘ ਲਿਖਦਾ ਹੈ ਕਿ ਜਦੋਂ ਗੁਰੂ ਸਾਹਿਬ ਰਾਜੇ ਦੇ ਬਾਗ ਵਿੱਚ ਪਹੁੰਚੇ ਤਾਂ ਇਹ ਬਾਗ ਸੁੱਕਿਆ ਹੋਇਆ ਸੀ। ਠੀਕ ਹੈ, ਬਾਗ ਪਹਿਲੇ ਸੁੱਕਿਆ ਹੋਇਆ ਸੀ, ਪਰ ਜਦੋਂ ਗੁਰੂ ਜੀ ਦੇ ਚਰਨ ਪੈਂਦੇ ਆ ਤੇ ਉਹ ਬਾਗ ਹਰਿਆ ਭਰਿਆ ਹੋ ਜਾਂਦਾ ਵਾ। ਠੀਕ ਹੈ, ਇਹ ਖਬਰ ਸੁਣਦਿਆਂ ਹੀ ਰਾਜੇ ਨੇ ਮਨਮੋਹਣੀਆਂ ਇਸਤਰੀਆਂ ਤੇ ਛੱਤੀ ਪਦਾਰਥ ਦੇ ਥਾਲ ਆਪ ਦੀ ਸੇਵਾ ਵਿੱਚ ਭੇਜੀ, ਪਰ ਗੁਰੂ ਜੀ ਨੂੰ ਇਹ ਜਿਹੜੇ ਔਰਤਾਂ ਤੇ ਪਦਾਰਥ ਮੋਹਿਤ ਨਾ ਕਰ ਸਕੇ ਤੇ ਉਹਨਾਂ ਨੇ ਇਹ ਸਭ ਕੁਝ ਵਾਪਸ ਕਰ ਦਿੱਤਾ। ਇਹਨਾਂ ਇਸਤਰੀਆਂ ਨੇ ਆ ਕੇ ਰਾਜੇ ਨੂੰ ਦੱਸਿਆ ਕਿ ਇਹਨਾਂ ਦਾ ਗੁਰੂ ਸਾਹਿਬਾਨ ਤੇ ਕੋਈ ਅਸਰ ਨਹੀਂ ਆ। ਠੀਕ ਹੈ, ਇਹ ਜਿਹੜੀਆਂ ਇਸਤਰੀਆਂ ਤੇ ਛੱਤੀ ਪਦਾਰਥਾਂ ਦਾ। ਠੀਕ ਹੈ, ਉਹ ਮੋਤੀਆਂ ਦੇ ਥਾਲ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚੇ। ਫਿਰ ਉਹਨਾਂ ਨੇ ਮੋਤੀਆਂ ਦੇ ਥਾਲ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਦੇ ਨੇ ਉਹਨਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਕੁੱਖੋਂ ਇੱਕ ਬੇਟੀ ਨੇ ਜਨਮ ਲਿਆ ਸੀ, ਪਰ ਉਸਨੇ ਝੂਠ ਬੋਲ ਦਿੱਤਾ ਅਤੇ ਰਾਜੇ ਨੂੰ ਮੁੰਡਾ ਹੋਣ ਬਾਰੇ ਦੱਸਿਆ ਸੀ। ਉਸਨੇ ਕੋਈ ਬਹਾਨਾ ਕਰਕੇ ਰਾਜੇ ਨੂੰ 4 ਸਾਲ ਬੱਚੇ ਦੇ ਮੱਥੇ ਲੱਗਣ ਰੋਕ ਦਿੱਤਾ। ਹੁਣ ਮੈਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ। ਗੁਰੂ ਸਾਹਿਬਾਨ ਨੇ ਕਿਹਾ ਕਿ ਮੁੰਡੇ ਤੋਂ ਕੁੜੀ ਅਤੇ ਕੁੜੀ ਤੋਂ ਮੁੰਡਾ ਬਣਾਉਣਾ ਪਰਮਾਤਮਾ ਦੇ ਵੱਸ ਹੈ। ਤੂੰ ਪਰਮਾਤਮਾ ਦੇ ਸਨਮੁਖ ਬੇਨਤੀ ਕਰ। ਇੰਨੇ ਚਿਰ ਵਿੱਚ ਹੀ ਉਸ ਦੀ ਬੇਟੀ ਮੁੰਡਾ ਬਣ ਗਈ। ਉਸ ਤੋਂ ਬਾਅਦ ਰਾਜਾ ਖੁਦ ਹਾਜ਼ਰ ਹੋਇਆ ਅਤੇ ਪੁੱਛਣ ਲੱਗਾ ਕਿ ਵਰਤਾਂ ਵਿੱਚੋਂ ਕਿਹੜਾ ਵਰਤ ਸਭ ਤੋਂ ਉੱਤਮ ਹੈ। ਉਹਨਾਂ ਨੇ ਪ੍ਰਸ਼ਨ ਪੁੱਛਿਆ ਵਾ ਕਿ ਵਰਤਾਂ ਵਿੱਚੋਂ ਸਭ ਤੋਂ ਉੱਚਾ ਵਰਤ ਕਿਹੜਾ ਵਾ, ਸਭ ਤੋਂ ਉੱਤਮ ਵਰਤ ਕਿਹੜਾ ਹੈ।
ਗੁਰੂ ਸਾਹਿਬਾਨ ਨੇ ਦੱਸਿਆ ਕਿ ਨਾਮ ਦਾ ਵਰਤ ਹੀ ਸਭ ਤੋਂ ਸ਼੍ਰੋਮਣੀ ਹੈ, ਸਭ ਤੋਂ ਵੱਡਾ ਹੈ। ਕਿਹੜਾ ਵਾ? ਨਾਮ ਦਾ ਵਰਤ। ਰਾਜੇ ਦੇ ਬੇਨਤੀ ਕਰਨ ਉੱਤੇ ਗੁਰੂ ਸਾਹਿਬਾਨ ਨੇ ਪ੍ਰਾਣ ਸੰਗਲੀ ਗ੍ਰੰਥ ਦੀ ਰਚਨਾ ਕਰਕੇ ਉਸ ਨੂੰ ਸੌਂਪ ਦਿੱਤੀ। ਠੀਕ ਹੈ, ਗੁਰੂ ਸਾਹਿਬ ਨੇ ਪ੍ਰਾਣ ਸੰਗਲੀ ਦੀ ਰਚਨਾ ਕਰਕੇ ਉਸ ਨੂੰ ਸੌਂਪ ਦਿੱਤੀ ਅਤੇ ਕਿਹਾ ਕਿ ਉਹ ਇਸ ਗ੍ਰੰਥ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਕਰ ਸਕੇਗਾ। ਇਹ ਉਪਦੇਸ਼ ਦੇਣ ਤੋਂ ਬਾਅਦ ਗੁਰੂ ਜੀ ਪੰਜਾਬ ਦੀ ਧਰਤੀ ਵੱਲ ਚੱਲ ਪਏ। ਠੀਕ ਹੈ, ਇਹ ਸੀ ਰਾਜੇ ਸ਼ਿਵਨਾਮ ਨਾਲ ਮੇਲ। ਠੀਕ ਹੈ, ਇਹਦੇ ਵਿੱਚ ਜਦੋਂ ਗੁਰੂ ਜੀ ਉਹਦੇ ਬਾਗ ਵਿੱਚ ਪਹੁੰਚਦੇ ਆ, ਬਾਗ ਪਹਿਲੇ ਸੁੱਕਿਆ ਸੀ, ਬਾਅਦ ਵਿੱਚ ਉਹ ਹਰਿਆ ਭਰਿਆ ਹੋ ਜਾਂਦਾ ਵਾ। ਜਦੋਂ ਰਾਜੇ ਨੂੰ ਪਤਾ ਲੱਗਦਾ ਵਾ ਤੇ ਉਹ ਇਸਤਰੀਆਂ ਤੇ ਛੱਤੀ ਪਦਾਰਥ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰਦਾ ਵਾ, ਪਰ ਗੁਰੂ ਜੀ ਨੂੰ ਅਸਵੀਕਾਰ ਕਰ ਦਿੰਦੇ ਆ। ਫਿਰ ਰਾਜਾ ਸ਼ਿਵਨਾਮ ਉਹਨੂੰ ਦੱਸਦਾ ਵਾ ਕਿ ਮੈਨੂੰ ਕੁੜੀ ਹੋਈ ਸੀ ਤੇ ਮੈਂ ਲੋਕਾਂ ਨੂੰ ਝੂਠ ਬੋਲ ਦਿੱਤਾ ਕਿ ਇਹ ਮੁੰਡਾ ਹੋਇਆ ਵਾ, ਤੇ ਗੁਰੂ ਦੀ ਕਿਰਪਾ ਨਾਲ ਉਹ ਕੁੜੀ ਤੋਂ ਮੁੰਡਾ ਬਣ ਜਾਂਦੀ ਹੈ। ਠੀਕ ਹੈ, ਫਿਰ ਉਹ ਸਭ ਤੋਂ ਉੱਚਾ ਵਰਤ ਪੁੱਛਦੇ ਨੇ, ਸਭ ਤੋਂ ਉੱਚਾ ਤੇ ਉੱਤਮ ਵਰਤ ਕਿਹੜਾ ਵਾ? ਗੁਰੂ ਜੀ ਕਹਿੰਦੇ ਨੇ ਸਭ ਤੋਂ ਉੱਚਾ ਤੇ ਉੱਤਮ ਵਰਤ ਨਾਮ ਦਾ ਵਰਤ ਹੈ। ਠੀਕ ਹੈ, ਫਿਰ ਗੁਰੂ ਜੀ ਨੇ ਇਸੇ ਸਥਾਨ ਤੇ ਪ੍ਰਾਣ ਸੰਗਲੀ ਦੀ ਰਚਨਾ ਕੀਤੀ ਅਤੇ ਕਿਹਾ ਕਿ ਇਸ ਵਿੱਚੋਂ ਤੂੰ ਸਾਡੇ ਦਰਸ਼ਨ ਕਰ ਸਕੇਗਾ। ਠੀਕ ਹੈ, ਹਾਂਜੀ, ਦੂਸਰੀ ਸਾਖੀ ਆ ਇੱਕ ਸਰਵੜੇ ਨਾਲ ਮੇਲ। ਇਸ ਵਿੱਚ ਭਾਈ ਮਨੀ ਸਿੰਘ ਨੇ ਹਾਰੂ ਸ਼ਹਿਰ ਦੇ ਰਾਜੇ ਬਾਰੇ ਸਮਾਚਾਰ ਬਿਆਨ ਕੀਤੇ ਨੇ। ਕਿਹੜਾ ਸ਼ਹਿਰ ਆ? ਹਾਰੂ ਸ਼ਹਿਰ ਦੇ ਰਾਜੇ ਬਾਰੇ ਕੀਤੇ ਨੇ। ਠੀਕ ਹੈ, ਲੰਕਾ ਦੇ ਰਾਜੇ ਸ਼ਿਵਨਾਮ ਪਾਸੋਂ ਚੱਲੇ ਤਾਂ ਅੱਗੇ ਸਮੁੰਦਰ ਸੀ। ਗੁਰੂ ਨਾਨਕ ਦੇਵ ਜੀ ਸਮੁੰਦਰ ਉੱਪਰ ਚੱਲਣ ਲੱਗੇ। ਉਹਨਾਂ ਨੇ ਮਰਦਾਨੇ ਨੂੰ ਕਿਹਾ ਕਿ ਤੂੰ ਵਾਹਿਗੁਰੂ ਵਾਹਿਗੁਰੂ ਜਪਦਾ ਮੇਰੇ ਪਿੱਛੇ ਚੱਲਿਆ। ਸਮੁੰਦਰ ਖਤਮ ਹੋਣ ਤੋਂ ਬਾਅਦ ਚੱਲਦੇ ਚੱਲਦੇ ਹਾਰੂ ਸ਼ਹਿਰ ਦੇ ਅਨੀਸ਼ਵਰਵਾਦੀ ਰਾਜੇ ਦੇ ਰਾਜ ਵਿੱਚ ਪਹੁੰਚ ਜਾਂਦੇ ਆ। ਉਹ ਰਾਜਾ ਜੋਗੀ ਦਾ ਸ਼ਿਸ਼ ਹੀ। ਜੋਗੀ ਆਪਣੇ ਆਪ ਨੂੰ ਈਸ਼ਵਰ ਕਹਿੰਦਾ ਸੀ। ਠੀਕ ਹੈ, ਰਾਜ ਦੇ ਸਾਰੇ ਲੋਕ ਉਸ ਦੀ ਉਪਾਸਨਾ ਕਰਦੇ ਸਨ। ਜੋਗੀ ਜਿਹੜਾ ਸੀ ਜੰਤਰਾ ਮੰਤਰਾਂ ਦੇ ਨਾਲ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਕਰਦਾ ਸੀ। ਗੁਰੂ ਜੀ ਨੇ ਉਸ ਜੋਗੀ ਨੂੰ ਸਬਕ ਸਿਖਾਉਣ ਲਈ ਉਸਦੀ ਸਾਰੀ ਕਲਾ ਖਿੱਚ ਲਈ, ਮੀਨਸ ਕਿ ਉਹਦੀ ਕਰਾਮਾਤੀ ਸ਼ਕਤੀ ਖਿੱਚ ਲਈ। ਹੁਣ ਉੱਥੇ ਅਕਾਲ ਪੈ ਗਿਆ, ਫਸਲਾਂ ਸੁੱਕ ਸੜ ਗਈਆਂ। ਰਾਜਾ ਅਤੇ ਪ੍ਰਜਾ ਉਸ ਜੋਗੀ ਪਾਸ ਗਏ, ਮੀਂਹ ਪਾਉਣ ਦੀ ਬੇਨਤੀ ਕੀਤੀ, ਪਰ ਜੋਗੀ ਦਾ ਕੋਈ ਵਾਸ ਨਾ ਚੱਲਿਆ ਕਿਉਂਕਿ ਗੁਰੂ ਜੀ ਨੇ ਉਹਦੀ ਸਾਰੀ ਕਲਾ ਖਿੱਚ ਲਈ ਸੀ। ਹਾਰ ਕੇ ਲੋਕ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਦੇ ਨੇ ਤੇ ਗੁਰੂ ਜੀ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਸਤਨਾਮ ਦਾ ਜਾਪ ਕਰੋ। ਜਦੋਂ ਉਹ ਜਾਪ ਕਰਦੇ ਨੇ ਤੇ ਮੀਂਹ ਪੈਣ ਲੱਗ ਪੈਂਦਾ ਵਾ। ਠੀਕ ਹੈ, ਇਹ ਦੇਖ ਕੇ ਲੋਕ ਗੁਰੂ ਜੀ ਦੇ ਸਿੱਖ ਬਣ ਜਾਂਦੇ ਨੇ। ਰਾਜੇ ਨੇ ਗੁਰੂ ਸਾਹਿਬ ਨੂੰ ਮੋਤੀ ਤੇ ਜਵਾਹਰ ਦੇ ਥਾਲ ਭੇਟ ਕੀਤੇ, ਪਰ ਗੁਰੂ ਜੀ ਨੇ ਸਵੀਕਾਰ ਨਹੀਂ ਕੀਤੇ। ਮਰਦਾਨਾ ਕਹਿਣ ਲੱਗਾ, ਹੇ ਗਰੀਬ ਨਿਵਾਜ਼ ਜੀ, ਕੋਈ ਤਾਂ ਲੈ ਲਈਏ। ਤਾਂ ਬਚਨ ਹੋਇਆ ਕਿ ਮਰਦਾਨਿਆ, ਇਹ ਮੋਤੀ ਜਿਤਨੇ ਹਨ ਸੋ ਦੁੱਖ रूप हैं और परमेश्वर का नाम जो है सो सुखदाई है, सो तैनू प्राप्त होया है। ठीक है, हारू शहर च जांदे ने जिथे शिवनाम राजा हुंदा वा। ਸਾਰੇ ਲੋਕੀ ਜੋਗੀ ਨੂੰ ਮੰਨਦੇ ਨੇ, ਰਾਜਾ ਵੀ ਉਹਨੂੰ ਮੰਨਦਾ ਵਾ। ਜੋਗੀ ਆਪਣੇ ਆਪ ਨੂੰ ਈਸ਼ਵਰ ਕਹਿੰਦਾ ਵਾ। ਜੋਗੀ ਕੋਲ ਕਰਾਮਾਤੀ ਸ਼ਕਤੀਆਂ ਹੁੰਦੀਆਂ ਵਾ, ਜਿਹਦੇ ਕਰਕੇ ਉਹ ਆਪਣੇ ਜੰਤਰਾਂ ਮੰਤਰਾਂ ਦੇ ਨਾਲ ਲੋਕਾਂ ਦੀਆਂ ਮੁਰਾਦਾਂ ਆਸਾਂ ਪੂਰੀਆਂ ਕਰਦਾ ਵਾ। ਗੁਰੂ ਜੀ ਉਹਦੀ ਸਾਰੀ ਸ਼ਕਤੀ ਖੋਹ ਲੈਂਦੇ ਨੇ ਤੇ ਕਾਲ ਪੈ ਜਾਂਦਾ ਵਾ, ਫਸਲਾਂ ਸੁੱਕ ਜਾਂਦੀਆਂ ਵਾ ਤੇ ਰਾਜਾ ਤੇ ਪ੍ਰਜਾ ਜੋਗੀ ਕੋ ਜਾਂਦੇ ਨੇ, ਪਰ ਉਹਦੀ ਕਲਾ ਕੰਮ ਨਹੀਂ ਕਰਦੀ। ਫਿਰ ਉਹ ਗੁਰੂ ਨਾਨਕ ਦੇਵ ਜੀ ਕੋਲ ਆਉਂਦੇ ਨੇ ਤੇ ਗੁਰੂ ਜੀ ਉਹਨਾਂ ਨੂੰ ਕਹਿੰਦੇ ਨੇ ਸਤਨਾਮ ਦਾ ਜਾਪ ਕਰੋ। ਜਦੋਂ ਉਹ ਸਤਨਾਮ ਦਾ ਜਾਪ ਕਰਦੇ ਨੇ ਤੇ ਮੀਂਹ ਪੈਣ ਲੱਗ ਪੈਂਦਾ ਵਾ। ਫਿਰ ਉਹ ਗੁਰੂ ਜੀ ਦੇ ਸਿੱਖ ਬਣ ਜਾਂਦੇ ਨੇ। ਠੀਕ ਹੈ, ਹਾਂਜੀ, ਅੱਗੇ ਦੇਖੋ। ਭਾਈ ਮਨੀ ਸਿੰਘ ਜੀ ਦੀ ਵਾਰਤਕ ਦਾ ਵਿਸ਼ਲੇਸ਼ਣ ਕਰਨ ਉਪਰੰਤ ਇਹ ਸਪਸ਼ਟ ਹੁੰਦਾ ਹੈ ਕਿ ਉਹਨਾਂ ਦੀ ਵਾਰਤਕ ਆਧੁਨਿਕ ਪੰਜਾਬੀ ਵਾਰਤਕ ਦੇ ਬਹੁਤ ਨੇੜੇ ਹੈ। ਠੀਕ ਹੈ, ਸ਼ੁੱਧ ਅਤੇ ਠੇਠ ਪੰਜਾਬੀ ਦਾ ਪ੍ਰਯੋਗ ਹੋਇਆ ਹੈ। ਸਾਧ ਭਾਖਾ, ਲਹਿੰਦੀ ਜਾਂ ਫਾਰਸੀ ਆਦਿਕ ਭਾਸ਼ਾਵਾਂ ਦਾ ਪ੍ਰਯੋਗ ਨਾ ਹੋਣ ਦੇ ਬਰਾਬਰ ਹੈ। ਸਮੁੱਚੇ ਰੂਪ ਵਿੱਚ ਭਾਈ ਮਨੀ ਸਿੰਘ ਦੀ ਵਾਰਤਕ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਆਧੁਨਿਕ ਪੰਜਾਬੀ ਭਾਸ਼ਾ ਦੇ ਬਹੁਤ ਨੇੜੇ ਦਿਖਾਈ ਦਿੰਦੀ ਹੈ। ਠੀਕ ਹੈ, ਅੱਜ ਅਸੀਂ ਜਨਮਸਾਖੀ ਭਾਈ ਮਨੀ ਸਿੰਘ ਕੀਤੀ ਆ, ਜਿਸ ਨੂੰ ਗਿਆਨ ਰਤਨਾਵਲੀ ਵੀ ਕਿਹਾ ਜਾਂਦਾ ਵਾ। ਇਹਦਾ ਜਿਹੜਾ ਰਚਨਾਕਾਲ ਆ 18ਵੀਂ ਸਦੀ ਆ, 1730 ਤੋਂ ਲੈ ਕੇ 1735 ਈਸਵੀ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਟੀਕਾ ਵਾ, ਜਿਹਦੇ ਵਿੱਚ ਕੁੱਲ 225 ਸਾਖੀਆਂ ਵਾ। ਠੀਕ ਹੈ, ਇਹਦੇ ਵਿੱਚ ਅਸੀਂ 2 ਸਾਖੀਆਂ ਡਿਸਕਸ ਕੀਤੀਆਂ ਵਾ, ਰਾਜੇ ਸ਼ਿਵਨਾਮ ਨਾਲ ਮੇਲ ਤੇ ਇੱਕ ਸਰਵੜੇ ਨਾਲ ਮੇਲ। ਠੀਕ ਹੈ, ਕੱਲ ਅਸੀਂ ਕਰਾਂਗੇ ਸਾਖੀਆਂ, ਪਰਚੀ, ਕਥਾਵਾਂ ਤੇ ਮਸਲੇ। ਇਹ ਵੀਡੀਓ ਤੁਹਾਡੇ MA ਪੰਜਾਬੀ ਤੇ UGC NET ਪੰਜਾਬੀ ਲਈ ਇੰਪੋਰਟੈਂਟ ਰਹੇਗੀ।